ਅਸਲ ਦੇ ਵਿੱਚ ਜੇ ਇਸ ਸਰਕਾਰ ਦੀਆਂ ਨੀਤੀਆਂ ਕਹਿ ਸਕਦੇ, ਸਰਕਾਰ ਤਾਂ ਆਪਣੇ ਲੋਕਾਂ ਦੀ ਚੁਣੀ, ਉਹ ਨਹੀਂ ਆਪਾਂ ਸ਼ਬਦ, ਇਹ ਸਰਕਾਰ ਦੀਆਂ ਨੀਤੀਆਂ ਨੂੰ ਹਰਾਊਗੇ ਤਾਂ ਕਿਸਾਨ ਹਰਾਉਣਗੇ। ਕਿਸਾਨ ਅੰਦੋਲਨ ਜਿਹੜਾ ਇਹ ਹੀ ਇਹਨਾਂ ਦੀਆਂ ਗਲਤ ਨੀਤੀਆਂ ਨੂੰ ਨੱਥ ਪਾਊਗਾ। ਜਦੋਂ ਸੰਸਦ ਨੂੰ ਜਾਣਾ ਕਿਤੇ ਤੁਹਾਨੂੰ ਇਹ ਨਾ ਕਹਿ ਦੇਵੇ ਮੀਡੀਆ ਵੀ ਦੇਖੋ 6.5 ਫੁੱਟ ਦਾ ਅੱਤਵਾਦੀ ਆ। ਕੋਈ ਗੱਲ ਨਹੀਂ, ਜੋ ਹਰੇਕ ਨੂੰ ਆਪਾਂ ਕਿਸੇ ਨੂੰ ਕਹਿਣੋਂ ਰੋਕ ਨਹੀਂ ਸਕਦੇ, ਪਰ ਇਹ ਦੁਨੀਆ ਨੇ ਫੈਸਲਾ ਕਰਨਾ ਹੁੰਦਾ ਵੀ ਕੌਣ ਅੱਤਵਾਦੀ ਹੈ ਅਤੇ ਕੌਣ ਦੇਸ਼ ਹਿੱਤ ਲਈ ਕੰਮ ਕਰ ਰਿਹਾ। ਐਂਡ ਵਿੱਚ ਤਾਂ ਸਰਕਾਰ 'ਤੇ ਗੱਲ ਮੁੱਕਦੀ ਹੈ ਜੀ, ਅਤੇ ਪਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ ਅਤੇ ਉਹ ਕਿਸਾਨਾਂ ਦਾ ਦਰਦ ਸਮਝਣ। 350 ਤੋਂ ਵੱਧ ਸਾਡੇ ਸਾਥੀ ਸ਼ਹੀਦ ਹੋ ਗਏ ਆ, ਅਤੇ ਹਜੇ ਤੱਕ ਇੱਕ ਹਾਂ ਦਾ ਨਾਅਰਾ ਤੱਕ ਨਹੀਂ ਸਰਕਾਰ ਨੇ ਮਾਰਿਆ। ਜ਼ਿੰਦਗੀ ਸਦਾ ਅੰਦੋਲਨ ਹੈ ਜੀ ਆਪਣੀ, ਅਪ ਡਾਊਨ, ਹਰ ਵੇਲੇ ਨਵੇਂ ਜਿਹੜੇ ਇਹਦੇ ਵਿੱਚ ਚੈਲੰਜਸ ਖੜ੍ਹੇ ਹੁੰਦੇ ਆ ਉਹ ਕਿੱਦਾਂ ਫੇਸ ਕਰਨੇ ਆ। ਅਤੇ ਪੰਜਾਬੀਆਂ ਦਾ ਸੁਭਾਅ ਵੀ ਤੁਹਾਨੂੰ ਪਤਾ ਹੀ ਆ, ਇਹ ਤਾਂ ਕੁਛ ਵੀ ਮਾਹੌਲ ਹੋਵੇ ਪਰਿਵਰਤਨ ਦੇ ਹਾਮੀ ਆ, ਚੰਗੀ ਸੋਚ ਦੇ ਹਾਮੀ ਆ, ਅਤੇ ਇਹ ਤਾਂ ਬਹੁਤ ਵੱਡੀ ਗੱਲ ਆ। ਇੱਥੇ ਡਟੇ ਆ ਬਾਈ। ਇੰਡੀਆ ਲਈ ਖੇਡਣਾ ਇੱਕ ਚਾਅ ਹੁੰਦਾ ਹੈ ਵੀ ਮੈਂ ਦੇਸ਼ ਨੂੰ ਰੀਪ੍ਰੈਜ਼ੈਂਟ ਕੀਤਾ, ਪਰ ਜਦੋਂ ਹੱਕ ਮੰਗਣ ਦੀ ਗੱਲ ਆਈ, ਤੁਸੀਂ ਇੱਥੇ ਪਹੁੰਚੇ ਤਾਂ ਜਦੋਂ ਟੈਗ ਲੱਗ ਗਿਆ ਵੀ ਖਾਲਿਸਤਾਨੀ ਨੇ ਅਤੇ ਅੱਤਵਾਦੀ ਨੇ, ਉਦੋਂ ਕਿਹੋ ਜਿਹਾ ਲੱਗਦਾ? ਦੇਖੋ, ਜਦੋਂ ਆਪਾਂ ਗਰਾਊਂਡ ਵਿੱਚ ਵੀ ਵੜਦੇ ਆ ਨਾ ਜੀ, ਤਾਂ ਜਿੱਥੇ ਪ੍ਰਸ਼ੰਸਾ ਕਰਨ ਵਾਲੇ ਬੈਠੇ ਹੁੰਦੇ ਉੱਥੇ ਹੂਟਿੰਗ ਕਰਨ ਵਾਲੇ ਵੀ ਨਾਲ ਹੀ ਬੈਠੇ ਹੁੰਦੇ ਆ, ਅਤੇ ਹੂਟਿੰਗ ਕਰਨ ਵਾਲੇ ਨੂੰ ਆਪਾਂ ਆਪਣੀ ਗੇਮ ਨਾਲ ਹੀ ਜਵਾਬ ਦੇਈਦਾ। ਇੱਦਾਂ ਹੀ ਇੱਥੇ ਅੰਦੋਲਨ ਨੇ ਆਪਣੀ ਗਤੀ ਦੇ ਨਾਲ ਅਤੇ ਆਪਣੇ ਮਕਸਦ ਨਾਲ ਹੀ ਜਵਾਬ ਦਿੱਤਾ। ਹੁਣ ਅੰਦੋਲਨ ਸਾਰੇ ਦੇਸ਼ 'ਚ ਫੈਲ ਗਿਆ, ਅਤੇ ਹੁਣ ਦੱਸੋ ਵੀ ਖਾਲਿਸਤਾਨੀਆਂ ਹੁਣ ਸਾਰੇ ਦੇਸ਼ ਵਿੱਚ ਆ ਕਿ ਨਕਸਲਵਾੜੀ ਸਾਰੇ ਦੇਸ਼ ਵਿੱਚ ਆ। ਵੱਡੀ ਗੱਲ ਇਹ ਆ ਬਾਈ ਜੀ ਵੀ ਆਪਾਂ ਏਕਾ ਰੱਖੀਏ, ਏਕਾ ਰੱਖਾਂਗੇ ਤਾਂ ਜਿੱਤਾਂਗੇ, ਜੇ ਪਾਟਾਂਗੇ ਤਾਂ ਹਾਰਾਂਗੇ। ਬਾਈ ਸਾਡਾ ਮੇਨ ਜੋ ਰਹੇ ਵੀ ਏਕਾ ਬਣਿਆ ਰਵੇ, ਜਥੇਬੰਦੀਆਂ ਦੇ ਲਈ ਵੀ, ਦੇਸ਼ ਲਈ ਵੀ, ਕਿਸਾਨੀ ਲਈ, ਅਤੇ ਇਹ ਹੈ ਹੀ ਹੈ। ਏਕਾ ਹੀ ਜ਼ਰੂਰੀ ਹੈ ਅਤੇ ਏਕਾ ਹੀ ਫਤਿਹ ਕਰਾਊਗਾ। ਸਤਿ ਸ਼੍ਰੀ ਅਕਾਲ, ਮੈਂ ਕਰਨ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ। ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਬਈ ਜੰਗਾਂ ਨੂੰ। ਗੱਲ ਜੇਕਰ ਕਬੱਡੀ ਵਾਲਿਆਂ ਦੀ ਕਰੀਏ ਤਾਂ ਕਮਾਲ ਦਾ ਏਕਾ ਦਿਖਾਇਆ ਹੈ ਅਤੇ ਕਮਾਲ ਦਾ ਸਬਰ ਹੈ ਇਹਨਾਂ ਦੇ ਵਿੱਚ। ਜਦੋਂ ਦਾ ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਦਿੱਲੀ ਪਹੁੰਚਿਆ, ਪਹਿਲੇ ਦਿਨ ਤੋਂ ਹੀ ਏਕੇ ਦੀ ਮਿਸਾਲ ਅਤੇ ਸਬਰ ਦੀ ਮਿਸਾਲ ਨੇ। ਸਾਡੇ ਨਾਲ ਕਬੱਡੀ ਵਾਲੇ ਮੌਜੂਦ ਨੇ, ਗੱਲਬਾਤ ਕਰਾਂਗੇ ਅੱਜ। ਬਾਈ ਟੋਨੀ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਜੀ, ਤੁਸੀਂ ਇੱਥੇ ਆਏ ਹੋ ਅਤੇ ਪਹਿਲੇ ਦਿਨ ਤੋਂ ਕਵਰ ਕਰ ਰਹੇ ਹੋ, ਬਹੁਤ ਧੰਨਵਾਦ ਤੁਹਾਡਾ ਜੀ। ਜਿਵੇਂ ਮੈਂ ਕਿਹਾ ਵੀ ਏਕਾ ਤੇ ਸਬਰ ਜਿਤਾਉਂਦਾ ਹੈ, ਕਿਵੇਂ ਫਿਰ ਅੱਜ ਕੱਲ੍ਹ ਹੈ ਇੱਥੇ ਤੁਸੀਂ ਤਾਂ ਵਿਚਰ ਰਹੇ ਹੋ, ਅਸੀਂ ਵੀ ਦੇਖ ਰਹੇ ਹਾਂ, ਏਕਾ ਉਸੇ ਤਰੀਕੇ ਬਰਕਰਾਰ, ਸਬਰ ਵੀ ਪੂਰਾ। ਜਦੋਂ ਆਪਾਂ ਨਾ ਸਪੋਰਟਸ ਦੀ ਗੱਲ ਕਰਦੇ ਹਾਂ, ਸਪੋਰਟਸ ਜਿਹੜੀ ਤੁਸੀਂ ਦੋ ਸ਼ਬਦ ਲਏ, ਜਦੋਂ ਅਸੀਂ ਗਰਾਊਂਡਾਂ ਵਿੱਚ ਹੀ ਵੜਦੇ ਹਾਂ, ਚਲੋ ਅੰਦੋਲਨ ਤਾਂ ਬਹੁਤ ਵੱਡੀ ਚੀਜ਼ ਆ, ਟੀਮ ਵਰਕ ਏਕੇ ਨਾਲ ਹੁੰਦਾ ਜੀ। ਜੇ ਕੋਈ ਬੰਦਾ ਪਰਸਨਲੀ ਖੇਲਣ ਲੱਗ ਪਏ, ਇੰਡੀਵਿਜੂਅਲ ਸ਼ੋਅ ਕਰਨ ਲੱਗ ਪਏ, ਉਸ ਟੀਮ ਹਾਰ ਜਾਂਦੀ ਆ। ਉਹੀ ਗੱਲ ਅੰਦੋਲਨ ਵਿੱਚ ਆ, ਇਕੱਠੇ ਰਵਾਂਗੇ ਜਿੱਤਾਂਗੇ ਜੀ। ਅਤੇ ਸਬਰ ਕਰਨਾ ਹੀ ਪੈਂਦਾ ਜੀ। 90 ਮਿੰਟ ਫੁੱਟਬਾਲ ਖੇਡਣਾ ਪੈਂਦਾ ਅਤੇ 30 ਮਿੰਟ ਕਬੱਡੀ ਖੇਡਣੀ ਪੈਂਦੀ ਆ। ਅੰਦੋਲਨ ਅਨਿਸ਼ਚਿਤ ਹੈ ਜੀ। ਜੇ ਜ਼ਿੰਦਗੀ ਸਦਾ ਅੰਦੋਲਨ ਹੈ ਜੀ ਆਪਣੀ, ਅਪ ਡਾਊਨ, ਹਰ ਵੇਲੇ ਨਵੇਂ ਜਿਹੜੇ ਇਹਦੇ ਵਿੱਚ ਚੈਲੰਜਸ ਖੜ੍ਹੇ ਹੁੰਦੇ ਆ ਉਹ ਕਿੱਦਾਂ ਫੇਸ ਕਰਨੇ ਆ। ਅਤੇ ਪੰਜਾਬੀਆਂ ਦਾ ਸੁਭਾਅ ਵੀ ਤੁਹਾਨੂੰ ਪਤਾ ਹੀ ਆ, ਇਹ ਤਾਂ ਕੁਛ ਵੀ ਮਾਹੌਲ ਹੋਵੇ ਪਰਿਵਰਤਨ ਦੇ ਹਾਮੀ ਆ, ਚੰਗੀ ਸੋਚ ਦੇ ਹਾਮੀ ਆ, ਅਤੇ ਇਹ ਤਾਂ ਬਹੁਤ ਵੱਡੀ ਗੱਲ ਆ। ਇੱਥੇ ਡਟੇ ਆ ਬਾਈ। ਜਿਵੇਂ ਖੇਡ ਨੂੰ ਰੀਪ੍ਰੈਜ਼ੈਂਟ ਕਰ ਰਹੇ ਹੋ ਤੁਸੀਂ, ਇੰਡੀਆ ਲਈ ਖੇਡਣਾ ਇੱਕ ਚਾਅ ਹੁੰਦਾ ਹੈ ਵੀ ਮੈਂ ਦੇਸ਼ ਨੂੰ ਰੀਪ੍ਰੈਜ਼ੈਂਟ ਕੀਤਾ, ਪਰ ਜਦੋਂ ਹੱਕ ਮੰਗਣ ਦੀ ਗੱਲ ਆਈ, ਤੁਸੀਂ ਇੱਥੇ ਪਹੁੰਚੇ ਤਾਂ ਜਦੋਂ ਟੈਗ ਲੱਗ ਗਿਆ ਵੀ ਖਾਲਿਸਤਾਨੀ ਨੇ ਅਤੇ ਅੱਤਵਾਦੀ ਨੇ, ਉਦੋਂ ਕਿਹੋ ਜਿਹਾ ਲੱਗ ਰਿਹਾ? ਦੇਖੋ, ਜਦੋਂ ਆਪਾਂ ਗਰਾਊਂਡ ਵਿੱਚ ਵੀ ਵੜਦੇ ਆ ਨਾ ਜੀ, ਤਾਂ ਜਿੱਥੇ ਪ੍ਰਸ਼ੰਸਾ ਕਰਨ ਵਾਲੇ ਬੈਠੇ ਹੁੰਦੇ ਉੱਥੇ ਹੂਟਿੰਗ ਕਰਨ ਵਾਲੇ ਵੀ ਨਾਲ ਹੀ ਬੈਠੇ ਹੁੰਦੇ ਆ, ਅਤੇ ਹੂਟਿੰਗ ਕਰਨ ਵਾਲਿਆਂ ਨੂੰ ਆਪਾਂ ਆਪਣੀ ਗੇਮ ਨਾਲ ਹੀ ਜਵਾਬ ਦੇਈਦਾ। ਇੱਦਾਂ ਹੀ ਇੱਥੇ ਅੰਦੋਲਨ ਨੇ ਆਪਣੀ ਗਤੀ ਦੇ ਨਾਲ ਅਤੇ ਆਪਣੇ ਮਕਸਦ ਨਾਲ ਹੀ ਜਵਾਬ ਦਿੱਤਾ। ਹੁਣ ਅੰਦੋਲਨ ਸਾਰੇ ਦੇਸ਼ 'ਚ ਫੈਲ ਗਿਆ, ਅਤੇ ਹੁਣ ਦੱਸੋ ਵੀ ਖਾਲਿਸਤਾਨੀਆਂ ਹੁਣ ਸਾਰੇ ਦੇਸ਼ ਵਿੱਚ ਆ ਕਿ ਨਕਸਲਵਾੜੀ ਸਾਰੇ ਦੇਸ਼ ਵਿੱਚ ਆ। ਜਦੋਂ ਵੀ ਅੰਦੋਲਨ ਉੱਠਦਾ, ਲਹਿਰਾਂ ਨੂੰ ਤਾਰਪੀਡੋ ਕਰਨ ਲਈ ਅਕਸਰ ਇਹੋ ਜਿਹਾ ਟੈਗ ਲਾਏ ਜਾਂਦੇ ਆ। ਇਹੋ ਜਿਹੀ ਕੋਈ ਗੱਲ ਨਹੀਂ, ਉਹ ਅੱਜ ਹੁਣ ਤਾਂ ਦੇਸ਼ ਦਾ ਛੱਡ ਕੇ ਵਿਸ਼ਵ ਦਾ ਅੰਦੋਲਨ ਬਣ ਗਿਆ। ਸਪੇਨ ਵਿੱਚ MSP ਲੀਗਲਾਈਜ਼ ਹੋ ਗਈ, ਕਿੰਨੀਆਂ ਹੋਰ ਕੰਟਰੀਆਂ ਦੇ ਵਿੱਚ ਮਤਲਬ ਇਹ ਐਜੀਟੇਸ਼ਨ ਖੇਤੀ 'ਤੇ ਉੱਠਣ ਲੱਗ ਪਿਆ। ਕਿੰਨੀਆਂ ਕੰਟਰੀਆਂ ਦੀਆਂ ਜਿਹੜੀਆਂ ਅਸੈਂਬਲੀਜ਼ ਆ ਉਹਨਾਂ ਦੇ ਵਿੱਚ ਵਿਚਾਰਿਆ ਜਾ ਰਿਹਾ ਖੇਤੀ ਕਾਨੂੰਨਾਂ ਨੂੰ, ਅਤੇ ਇੱਕ ਨਵੀਂ ਜਾਗਰਤੀ ਅੰਦੋਲਨ ਲੈ ਕੇ ਆਇਆ। ਕਿ ਕਈਆਂ ਨੂੰ ਲੱਗਦਾ ਹੋਣਾ ਵੀ ਅੰਦੋਲਨ ਢਹਿੰਦੀ ਕਲਾ, ਅੰਦੋਲਨ ਕੋਈ ਢਹਿੰਦੀ ਕਲਾ ਨਹੀਂ, ਅੰਦੋਲਨ ਸਪਰੈਡ ਹੋ ਰਿਹਾ ਆ, ਅਤੇ ਇਹ ਮੂਲ ਜਿਹੜੇ ਇਹਦੇ ਕੇਂਦਰ ਆ ਦਿੱਲੀ ਦੇ ਇਰਦ ਗਿਰਦ, ਇਹ ਉਸੇ ਤਰ੍ਹਾਂ ਕਾਇਮ ਆ, ਅਤੇ ਆਪਾਂ ਵੱਡੇ ਜਿਹੜੀ ਲੜਾਈ ਉਹਦੇ ਵੱਲ ਨੂੰ ਜਾ ਰਹੇ ਹਾਂ ਸਾਰੇ ਜਾਣੇ। ਆ ਜਿਹੜੇ ਮੂਲ ਕੇਂਦਰ ਨੇ ਬਾਈ, ਜਿਵੇਂ ਤੁਸੀਂ ਕਿਹਾ ਕਿ ਵਿਸ਼ਵ ਜਿਹੜਾ ਸੇਧ ਲੈ ਰਿਹਾ ਹੈ, ਉੱਥੇ ਵੀ ਐਜੀਟੇਸ਼ਨ ਚੱਲ ਰਹੇ, ਆਪਣੇ ਵਾਲਿਆਂ ਨੂੰ ਕਾਹਤੇ ਨਹੀਂ ਪਤਾ ਲੱਗ ਰਿਹਾ? ਆਪਣੀ ਸਰਕਾਰ ਤਾਂ ਅਜੇ ਐਂ ਲੱਗ ਰਿਹਾ ਵੀ ਪਿੱਠ ਕਰਕੇ ਬੈਠੀ ਹੋਵੇ। ਸਰਕਾਰ ਨੇ ਪਿੱਠ ਕੋਈ ਨਹੀਂ ਜੀ ਕੀਤੀ, ਸਰਕਾਰ ਦੇ ਸਾਰਾ ਧਿਆਨ ਹਿੱਤ ਆ।
ਤੇ ਇੰਨਾ ਜ਼ਰੂਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਸਕਦਾ, ਇਹ ਉਹ ਸਰਕਾਰ ਹੈ ਜਿਹਨੂੰ ਰਾਜਸੀ ਪਾਰਟੀਆਂ ਹਜੇ ਤੱਕ ਹਰਾਉਣ ਵਿੱਚ ਨਾਕਾਮ ਰਹੀਆਂ। ਤੇ ਬੇਸ਼ੱਕ ਬੰਗਾਲ ਦੀ ਲੜਾਈ ਵੀ, ਚਾਹੇ ਅਸਾਮ ਦੀ ਵੀ ਆ, ਉੱਥੋਂ ਦੇ ਨਤੀਜੇ ਕੁਛ ਵੀ ਹੋਣ, ਅਸਲ ਦੇ ਵਿੱਚ ਜੇ ਇਸ ਸਰਕਾਰ ਨੂੰ, ਸਰਕਾਰ ਦੀਆਂ ਨੀਤੀਆਂ ਕਹਿ ਸਕਦੇ, ਸਰਕਾਰ ਤਾਂ ਆਪਣੇ ਲੋਕਾਂ ਦੀ ਚੁਣੀ, ਉਹ ਨਹੀਂ ਆਪਾਂ ਸ਼ਬਦ, ਇਹ ਸਰਕਾਰ ਦੀਆਂ ਨੀਤੀਆਂ ਨੂੰ ਹਰਾਉਗੇ ਤਾਂ ਕਿਸਾਨ ਹਰਾਉਣਗੇ। ਕਿਸਾਨ ਅੰਦੋਲਨ ਜਿਹੜਾ ਇਹ ਹੀ ਇਹਨਾਂ ਦੀਆਂ ਗਲਤ ਨੀਤੀਆਂ ਨੂੰ ਨੱਥ ਪਾਊਗਾ। ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਆ, ਅਪ ਡਾਊਨ ਵੀ ਹੁੰਦੇ ਰਹਿੰਦੇ ਆ, ਤੇ ਕੋਈ ਗੱਲ ਨਹੀਂ ਹੈ, ਦੁਬਾਰਾ ਏਕੇ ਵੱਲ ਵੱਧ ਰਹੇ ਆ, ਦੁਬਾਰਾ ਸਬਰ ਵੱਲ ਵੱਧ ਰਹੇ ਆ, ਤੇ ਨਿਸ਼ਚਿਤ ਹੀ ਪਰਮਾਤਮਾ ਫਤਿਹ ਨਸੀਬ ਕਰਾਊਗਾ। ਉਹ ਇੱਕ ਗੱਲ ਯਾਦ ਆਈ ਵੀ ਸਿੱਟ ਤੇ ਜੋ ਟੋਟੇ ਕਰਕੇ ਉੱਠਣਗੇ ਜੁੜ ਕੇ, ਬਈ ਉੱਠ ਰਹੇ ਨੇ, ਜੁੜ ਰਹੇ ਨੇ। ਬੰਗੇ ਰੈਲੀ ਦੇ ਵਿੱਚ ਵੀ ਤੁਹਾਡੀ ਮੋਹਰੀ ਭੂਮਿਕਾ ਰਹੀ। ਉਦੋਂ ਬਾਅਦ 'ਚੋਂ ਕੀ ਚੇਂਜ ਲੱਗ ਰਿਹਾ ਤੁਹਾਨੂੰ, ਖਾਸ ਕਰ ਯੂਥ ਦੇ ਵਿੱਚ, ਜਥੇਬੰਦੀਆਂ 'ਚ ਭਰੋਸਗੀ ਨੂੰ ਲੈ ਕੇ ਕਿਹੜੇ ਬਦਲਾਅ ਦੇਖੇ? ਹਾਂਜੀ, ਜਥੇਬੰਦੀਆਂ ਦੇ ਆਪਾਂ ਗੱਲ ਕਰੀਏ, ਜਥੇਬੰਦੀਆਂ ਵੀ ਬਹੁਤ ਇੱਕ ਜਿੱਦਾਂ ਕਹਿੰਦੇ ਵੀ ਉਹ ਟੈਂਸ ਪੋਜੀਸ਼ਨ ਦੇ ਵਿੱਚੋਂ ਗੁਜ਼ਰ ਰਹੀਆਂ ਆ। ਉਹ ਹੁਣ ਜਿੱਡੇ ਵੱਡੇ ਐਜੀਟੇਸ਼ਨ ਨੂੰ ਲੀਡ ਕਰ ਰਹੀਆਂ ਆ, ਸ਼ਾਇਦ ਉਹਨਾਂ ਨੇ ਵੀ ਨਹੀਂ ਸੋਚਿਆ ਸੀ ਕਿ ਐਡਾ ਵੱਡਾ ਜਿਹੜਾ ਅੰਦੋਲਨ ਬਣੇਗਾ ਤੇ ਜਿਹੜੇ ਦੁਨੀਆ ਉਹਨਾਂ ਸਾਰਿਆਂ ਨੂੰ ਦੇਖੇਗੀ। ਤੇ ਆਪਾਂ ਸਾਰਿਆਂ ਨੂੰ ਇਹ ਗੱਲ ਦੇ ਵਿੱਚ ਹੈ ਵੀ ਜੋ ਫੈਸਲਾ ਹੋਣਾ ਜਾਂ ਕਰਨਾ ਸਰਕਾਰ ਨੇ ਇਹਨਾਂ 40 ਨਾਲ ਹੀ ਕਰਨਾ, ਤੇ ਆਪਾਂ ਸਾਰੇ ਵਿੱਚ ਰਹਿ ਕੇ ਇਹਨਾਂ 40 ਨੂੰ ਤਕੜੇ ਕਰੀਏ, ਸੰਯੁਕਤ ਮੋਰਚੇ ਨੂੰ ਤਕੜੇ ਕਰੀਏ, ਆਪਾਂ ਉਹਦੇ ਲਈ ਰਾਏ ਦਈਏ। ਉਹ ਮੰਨਣ ਨਾ ਮੰਨਣ ਉਹਨਾਂ ਦੀ ਇੱਛਾ ਆ। ਤੇ ਪਰ ਜਿਹੜੀ ਤੁਸੀਂ ਬੰਗਿਆ ਰੈਲੀ ਦੀ ਗੱਲ ਕੀਤੀ ਆ, ਸਾਨੂੰ ਆਪਣੇ ਤੌਰ ਤੇ ਲੋੜ ਮਹਿਸੂਸ ਹੋਈ ਸੀ ਵੀ ਕਿਤੇ ਨਾ ਕਿਤੇ ਇੱਕ ਆਈਸ ਆ, ਉਹ ਬ੍ਰੇਕ ਕਰਨ ਦੀ ਲੋੜ ਆ। ਉਸੇ ਵਾਸਤੇ ਜਦੋਂ ਅਸੀਂ ਬਾਈ ਬੱਬੂ ਮਾਨ ਹੋਣਾ ਨਾਲ ਗੱਲ ਕੀਤੀ ਵੀ ਬਾਈ ਜੀ ਆਪਾਂ ਰੈਲੀ ਕਰਦੇ ਹਾਂ, ਵੀ ਤੁਸੀਂ ਆਓ, ਵੀ ਸ਼ਹੀਦ ਆਜ਼ਮ ਦਾ ਆਪਾਂ ਧਰਤੀ 'ਤੇ ਕਰਨ ਦਾ ਵਿਚਾਰ ਆ। ਉਹ ਕਹਿੰਦੇ ਵੀ ਸ਼ਹੀਦ ਆਜ਼ਮ ਧਰਤੀ 'ਤੇ ਤਾਂ ਮੈਂ ਆਪਣੇ ਵੱਲੋਂ 100 ਵਾਰੀ ਆਊਂਗਾ, ਪਰ ਜਿਹੜੀ ਤੁਸੀਂ ਰੈਲੀ ਦੀ ਗੱਲ ਕਰਦੇ, ਜੇ ਤਾਂ ਆਪਾਂ ਰੈਲੀ ਦੇ ਵਿੱਚੋਂ ਕੁਝ ਕੱਢਣਾ ਆ, ਇਹਦਾ ਕੋਈ ਨਤੀਜਾ ਫਰੂਟਫੁਲ ਇਹਨੂੰ ਕਰਨਾ ਆ, ਤਾਂ ਫਿਰ ਬਾਈ ਏਕੇ ਵਾਲੀ ਗੱਲ ਕਰੋ, ਸਾਰੀਆਂ ਧਿਰਾਂ ਨੂੰ ਸੱਦੋ, ਫਿਰ ਮੈਂ ਵੀ ਆਊਂਗਾ, ਬਾਕੀ ਕਲਾਕਾਰ ਸਾਰੇ ਆਉਣਗੇ, ਤੇ ਆਪਾਂ ਕਿਸੇ ਨਤੀਜੇ ਵੱਲ ਨੂੰ ਵਧੀਏ। ਹੁਣ ਸਰਕਾਰ ਨਾਲ ਗੱਲ ਕਰਨ ਵੀ ਆਪਾਂ ਆਪਸੀ ਤਕਰਾਰਬਾਜ਼ੀ ਦੇ ਵਿੱਚ ਜ਼ਿਆਦਾ ਇਨਵੋਲਵ ਹੋਈ ਜਾਂਦੇ, ਵੀ ਇਹ ਗੱਲ ਆਪਾਂ ਖ਼ਤਮ ਕਰੀਏ। ਤੇ ਫਿਰ ਬਾਈ ਹੁਣਾਂ ਦਾ ਵਿਚਾਰ, ਫਿਰ ਅਸੀਂ ਜਥੇਬੰਦੀਆਂ ਨਾਲ ਸਲਾਹ ਕੀਤੀ, ਕਿਸਾਨ ਜਥੇਬੰਦੀਆਂ ਨੇ, ਇਹਨਾਂ ਨੇ ਵੀ ਬਹੁਤ ਸਹਾਇਤਾ ਨਾਲ ਕਿਹਾ ਬਿਲਕੁਲ ਸਹੀ ਸਲਾਹ, ਆਪਾਂ ਨੂੰ ਕਰਨਾ ਚਾਹੀਦਾ। ਤੇ ਫਿਰ ਸੰਯੁਕਤ ਮੋਰਚੇ ਵਿੱਚ ਵੀ ਉਹ ਪਾਸ ਹੋਈ, ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਆਪਣੇ ਨੁਮਾਇੰਦੇ ਲੈ ਕੇ, ਧਾਰਮਿਕ ਜਥੇਬੰਦੀਆਂ ਵੀ ਆਈਆਂ, ਤੇ ਮੇਨ ਜਿਹੜੀਆਂ 3 ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਪ੍ਰਮੁੱਖ ਉੱਥੇ ਆਏ, ਤੇ ਬੁੱਧੀਜੀਵੀ ਆਏ, ਖਿਡਾਰੀ, ਕਲਾਕਾਰ, ਕਿਹਦਾ ਨਾਲੇ ਸਾਰਿਆਂ ਨੇ ਸ਼ਮੂਲੀਅਤ ਕੀਤੀ। ਤੇ ਉਸ ਤੋਂ ਬਾਅਦ ਹੀ ਜਿਹੜਾ ਹੁਣ ਘਟਨਾਕ੍ਰਮ ਪਿਛਲੇ ਦਿਨੀ ਹੋਇਆ, ਤੇ ਬਾਈ ਕਨਵਰ ਹੋਣੀ ਸਾਰਿਆਂ ਦੇ ਨਾਲ, ਇਹ ਇੱਕ ਏਕੇ ਵੱਲ ਨੂੰ ਆਪਾਂ ਵੱਧ ਰਹੇ ਹਾਂ। ਇਹ 23 ਮਾਰਚ ਜਿਹੜੀ ਰੈਲੀ ਆਪਾਂ ਕੀਤੀ ਆ ਨਾ, ਉਹ ਸ਼ਹੀਦ ਆਜ਼ਮ ਨੂੰ ਮਨ ਵਿੱਚ ਸੱਚੇ ਮਨ ਨਾਲ ਧਾਰ ਕੇ ਕੀਤੀ ਆ, ਤੇ ਉਹਦੇ ਨਤੀਜੇ ਆਉਣੇ ਸਾਹਮਣੇ ਹੋ ਗਏ ਆ। ਆਪਾਂ ਏਕੇ ਵੱਲ ਨੂੰ ਵੱਧ ਰਹੇ ਹਾਂ, ਸਾਰਿਆਂ ਨੇ ਬਹੁਤ ਵੱਡੇ ਉਹਦੇ ਲਈ ਯਤਨ ਕੀਤੇ ਆ, ਤੇ ਬਾਈ ਬੱਬੂ ਮਾਨ ਦੀ ਬਹੁਤ ਚੰਗੀ ਸੋਚ ਆ। ਸਾਨੂੰ ਵੈਸੇ ਵੀ ਉਹ ਤੁਹਾਡੀ ਰੈਗੂਲਰ ਗੱਲ ਵੀ ਹੁੰਦੀ ਬਾਈ ਬੱਬੂ ਮਾਨ ਨਾਲ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ, ਤੁਸੀਂ ਕੀ ਰੀਡ ਕੀਤਾ ਕਿ ਬੱਬੂ ਹੋਰੀ ਅਸਲ 'ਚ ਚਾਹੁੰਦੇ ਕੀ? ਬੱਬੂ ਮਾਨ ਹੁਣ ਇਹੀ ਚਾਹੁੰਦੇ ਆ ਵੀ ਇਹ ਹੁਣ ਆਪਣੇ ਵਕਾਰ ਦੀ ਲੜਾਈ ਆ। ਤੁਹਾਨੂੰ ਪਤਾ ਹੋਣਾ ਵੀ ਅੱਜ ਤੋਂ 10 ਸਾਲ ਪਹਿਲਾਂ ਹੀ ਉਹਨਾਂ ਨੇ ਆਪਣੀ ਦੂਰ ਅੰਦੇਸ਼ੀ ਨਾਲ ਆਪਣੇ ਗਾਣਿਆਂ ਵਿੱਚ ਇਹਨਾਂ ਜ਼ਿਕਰ ਕਰਤਾ ਸੀ ਕਿ ਵੱਡੀਆਂ ਕੰਪਨੀਆਂ ਨੇ ਜ਼ਮੀਨਾਂ ਹੜੱਪਣੀਆਂ ਆ, ਤੇ ਅੱਜ ਉਹੀ ਹੋਣ ਡਿਆ ਵਾ। ਤੇ ਉਹਨਾਂ ਦਾ ਇੱਕ ਆਪਣਾ ਵਿਜ਼ਨ ਆ, ਪੰਜਾਬੀਅਤ ਦੇ ਦੇਸ਼ ਦੇ ਵਾਸਤੇ ਫਿਕਰਮੰਦ ਆ। ਇੱਦਾਂ ਬਾਈ ਆਪਣੇ ਕਨਵਰ ਹੋਣੀ ਆ, ਤੇ ਉਹਨਾਂ ਦੇ ਨਾਲ ਜਿੰਨੇ, ਮੈਨੂੰ ਯਾਦ ਆ ਉਹ ਤੁਹਾਡੇ ਮੇਲਾ ਹੀ ਸੀ, ਤੇ ਬੱਬੂ ਮਾਨ ਉਹਨਾਂ ਨੇ ਗਾਣਾ ਗਾਇਆ ਸੀ ਵੀ ਜੱਟਾਂ ਨੂੰ ਜ਼ਮੀਨ ਜਾਨੋਂ ਵੱਧ ਪਿਆਰੀ ਹੈ, ਵੱਡੀਆਂ ਕੰਪਨੀਆਂ ਦੀ ਹੜੱਪਣ। ਹਾਂਜੀ, ਉਹਦੇ ਰੁੜ ਕੇ ਗਾਇਆ ਸੀ ਜੀ ਉਹਨਾਂ ਨੇ ਇਹ। ਉਸ ਦੇਖ ਲਓ, ਮੇਰੇ 2015 ਦੀ ਗੱਲ ਆ ਜੀ। ਉਹ ਇਹਨਾਂ ਦੇ ਨਾਲ ਰਲ ਗਈ ਸੈਂਟਰ ਦੀ ਸਰਕਾਰ, ਬਾਕੀ ਗੱਲਾਂ ਬਾਅਦ। ਹਾਂ, ਪਹਿਲਾਂ ਸਰਦਾਰ, ਹਾਂ। ਤੇ ਉਹ ਸਾਰਾ ਕਲਾਕਾਰ ਭਾਈਚਾਰਾ, ਜਿੱਦਾਂ ਆਪਾਂ ਜੱਸ ਹੋਣੀ ਆ, ਸਿੱਪੀ ਹੋਣੀ ਆ, ਸਾਰੇ ਬਾਈ ਜੈਜੀ ਬੈਂਸ ਆ, ਸਪੈਸ਼ਲੀ ਉੱਥੋਂ ਦੇਖ ਲਓ ਕੈਨੇਡਾ ਤੋਂ ਆਏ। ਸੋ ਇਹ ਬਹੁਤ ਦਿਲੋਂ ਸਾਰੇ ਕਲਾਕਾਰ ਭਰਾ, ਤੇ ਸਾਰੇ ਜਿੰਨੇ ਖਿਡਾਰੀ, ਸਾਰਾ ਮਤਲਬ ਦੇਸ਼ ਹੀ ਜਿਹੜਾ ਦੇਸ਼ ਦੀ ਬਿਹਤਰੀ ਚਾਹੁਣ ਵਾਲਾ ਵਰਗ ਆ, ਇਸ ਅੰਦੋਲਨ ਦੇ ਪਿੱਛੇ ਆ। ਤੇ ਆਪਾਂ ਚਲੋ ਇਹਨੂੰ ਕਿਸੇ ਨਾਵਾਂ ਵਿੱਚ ਨਾ ਵੰਡੀਏ, ਤੇ ਸਾਰਿਆਂ ਦੇ ਬਹੁਤ ਵੱਡੇ ਉਪਰਾਲੇ। ਤੇ ਜਿੰਨਾ ਇੱਥੇ ਕੋਈ ਅੰਦੋਲਨ ਦੇ ਲਈ ਜਿਹਦੇ ਦਿਲ ਵਿੱਚ ਦਰਦ ਵੀ ਆ, ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਉਹਦਾ ਵੀ ਇਹਦੇ ਵਿੱਚ ਉਨਾ ਹੀ ਯੋਗਦਾਨ ਹੈ, ਭਾਵੇਂ ਉਹ ਫਿਜ਼ੀਕਲੀ ਇੱਥੇ ਹੈਗਾ ਚਾਹੇ ਨਹੀਂ ਹੈਗਾ। ਪਰ ਜੇ ਕੋਈ ਬੰਦਾ ਹਾਂ ਦਾ ਨਾਰਾ ਵੀ ਅੰਦੋਲਨ ਲਈ ਮਾਰਦਾ, ਤਾਂ ਉਹਦਾ ਉੱਡਾ ਯੋਗਦਾਨ, ਤੇ ਉੱਡਾ ਹੀ ਉਹਨੂੰ ਆਪਾਂ ਨੂੰ ਸਤਿਕਾਰ ਦੇਣਾ ਬਣਦਾ ਜੀ। ਪਰ ਸਵਾਲ ਇੱਕ ਸਾਰਿਆਂ ਦੇ ਮਨਾਂ 'ਚ ਵੀ ਕਹਿੰਦੇ ਖੜੋਤ ਆ ਗਈ, ਹੁਣ ਅੱਗੇ ਕੀ? ਹਾਲਾਂਕਿ ਸੰਸਦ ਵੱਲ ਨੂੰ ਜਾਣ ਦਾ ਇੱਕ ਪ੍ਰੋਗਰਾਮ ਬਣ ਰਿਹਾ ਹੈ, ਕਿਵੇਂ ਦੇਖਦੇ ਹੋ ਸੰਸਦ ਵਾਲੇ ਪ੍ਰੋਗਰਾਮ ਨੂੰ? ਕੀ ਲੱਗਦਾ ਕਿ ਸਰਕਾਰ ਦੇ ਉੱਤੇ ਦਬਾਅ ਬਣੇਗਾ? ਕਿਉਂਕਿ ਕਈ ਲੋਕ ਇਸ ਕੋਲੋਂ ਵੀ ਡਰਦੇ ਨੇ 26 ਤੋਂ ਬਾਅਦ, ਜਿੱਦਾਂ ਝਟਕਾ ਲੱਗਾ ਕਿਤੇ ਫੇਰ ਉਹ ਜਾਣਾ ਕੰਮ ਹੋ ਜਾਵੇ। ਕੀ ਲੱਗਦਾ ਤੁਹਾਨੂੰ ਸੰਸਦ ਘੇਰਨ ਵਾਲਾ ਪ੍ਰੋਗਰਾਮ ਕਿਵੇਂ ਵੇਖਦੇ? ਸੰਸਦ ਘੇਰਨ ਵਾਲੇ ਪ੍ਰੋਗਰਾਮ ਦੇ ਵਿੱਚ ਇਹ ਆ ਜੀ, ਪਹਿਲੇ ਦਿਨ ਤੋਂ ਹੀ ਆਪਾਂ ਸਾਰੇ ਸੰਯੁਕਤ ਮੋਰਚੇ ਦੀ ਕਾਲ 'ਤੇ ਇੱਥੇ ਆਏ ਹਾਂ,
ਠੀਕ ਹੈ ਜੀ। ਹੁਣ ਵੀ ਜੋ ਉਹਨਾਂ ਨੇ ਪ੍ਰੋਗਰਾਮ ਦਿੱਤਾ ਜੀ ਉੱਥੇ ਜਾਵਾਂਗੇ, ਕਰਾਂਗੇ ਜੀ। ਪਹਿਲੇ ਦਿਨ ਵੀ ਜਾਂਦੇ ਰਹੇ ਆ, ਚਾਹੇ ਕੋਈ ਰੋਡ ਬਲੋਕ ਦੀ ਗੱਲ ਹੋਵੇ, ਚਾਹੇ ਕੋਈ ਵੀ ਪ੍ਰੋਗਰਾਮ ਉਹ ਦਿੰਦੇ, ਚਾਹੇ ਪੰਜਾਬ ਦੇ ਪ੍ਰੋਗਰਾਮ ਹੋਣ। ਅਤੇ ਪਹਿਲਾਂ ਵੀ ਗਏ ਆ ਅਤੇ ਹੁਣ ਵੀ ਜਾਵਾਂਗੇ। ਪਰ ਇੰਨਾ ਜ਼ਰੂਰ ਕਹਿੰਦੇ ਆ ਕਿ ਆਪਾਂ ਕਈ ਵਾਰੀ ਵੱਡਾ ਕਦਮ ਚੁੱਕਦੇ ਹੋਏ ਇਹਤਿਆਤ ਵੀ ਉਨੇ ਹੀ ਵੱਡੇ ਰੱਖਣੇ ਪੈਂਦੇ ਆ। ਉਹ ਸਾਡੀ ਬਹੁਤ ਸੀਨੀਅਰ ਲੀਡਰਸ਼ਿਪ ਹੈ, ਉਹਨਾਂ ਨੂੰ ਬੇਨਤੀ ਵੀ ਕਰ ਰਹੇ, ਅਤੇ ਉਹਨਾਂ ਦੇ ਆਪਣੇ ਜ਼ਿਹਨ ਵਿੱਚ ਵੀ ਇਹ ਗੱਲ ਹੋਊਗੀ ਕਿ ਆਪਾਂ ਇਹਨੂੰ ਕਾਮਯਾਬੀ ਨਾਲ ਸਿਰੇ ਚਾੜੀਏ। ਅਤੇ ਉਸ ਤੋਂ ਪਹਿਲਾਂ ਸਰਕਾਰ ਤੋਂ ਹੀ ਅਸੀਂ ਉਮੀਦ ਕਰਦੇ ਹਾਂ ਕਿ ਉੱਥੇ ਤੱਕ ਨੌਬਤ ਨਾ ਹੀ ਜਾਵੇ ਅਤੇ ਸਰਕਾਰ ਨਿਪਟਾਰਾ ਕਰੇ ਇਹਨਾਂ ਗੱਲਾਂ ਦਾ, ਕਿਉਂਕਿ ਐਂਡ ਵਿੱਚ ਤਾਂ ਸਰਕਾਰ 'ਤੇ ਹੀ ਗੱਲ ਮੁੱਕਦੀ ਹੈ ਜੀ। ਅਤੇ ਪਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ ਅਤੇ ਉਹ ਕਿਸਾਨਾਂ ਦਾ ਦਰਦ ਸਮਝਣ। 350 ਤੋਂ ਵੱਧ ਸਾਡੇ ਸਾਥੀ ਸ਼ਹੀਦ ਹੋ ਗਏ ਆ, ਅਤੇ ਹਜੇ ਤੱਕ ਇੱਕ ਹਾਂ ਦਾ ਨਾਅਰਾ ਤੱਕ ਨਹੀਂ ਸਰਕਾਰ ਨੇ ਮਾਰਿਆ। ਅਤੇ ਉੱਤੋਂ ਦੀ ਭਾਵਨਾਵਾਂ ਭੜਕਾਉਣ ਵਾਲੀਆਂ ਗੱਲਾਂ ਹੋ ਰਹੀਆਂ। ਕੱਲ੍ਹ ਰਕੇਸ਼ ਟਕੈਤ ਜੀ ਦੇ ਉੱਪਰ ਜੋ ਵੀ ਇੰਸੀਡੈਂਟ ਹੋਇਆ ਪੂਰੀ ਤਰ੍ਹਾਂ ਨਿੰਦਣੀਏ ਆ ਉਹ। ਅਤੇ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਅੰਦੋਲਨ ਦੇ ਵਿੱਚ ਬੇਸ਼ੱਕ ਸੁਰੱਖਿਆ ਆਪਣੀ ਨਹੀਂ ਲੈ ਰਿਹਾ ਲੀਡਰ, ਪਰ ਸਰਕਾਰਾਂ ਦਾ ਬਹੁਤ ਢੰਗ ਹੁੰਦੇ ਆ, ਇੰਟੈਲੀਜੈਂਸ ਰਿਪੋਰਟਾਂ ਹੁੰਦੀਆਂ ਆਲੇ ਦੁਆਲੇ ਇਹਨਾਂ ਦੇ ਲੀਡਰਾਂ ਦੀ ਜਾਂ ਅੰਦੋਲਨ ਦੀ ਜਿਹੜੀ ਦੇਖਭਾਲ ਕਰਨਾ, ਸੁਰੱਖਿਆ ਦੇ ਇੰਤਜ਼ਾਮ ਕਰਨੇ ਸਰਕਾਰਾਂ ਦੇ ਫਰਜ਼ ਆ। ਅਤੇ ਉੱਥੇ ਕਿਤੇ ਨਾ ਕਿਤੇ ਉਹ ਨਾਕਾਮ ਰਹੀਆਂ ਸਰਕਾਰਾਂ। ਅਤੇ ਪਿੱਛੇ ਜਿਹਾ ਜੋ ਸਿੰਘੂ ਹੋਇਆ, ਬੰਦੇ ਇਕੱਠੇ ਹੋ ਕੇ ਆ ਗਏ ਜਾਂ ਕੰਧਾਂ ਇਹਨਾਂ ਨੇ ਕਰਤੀਆਂ, ਜਾਂ ਕੱਲ੍ਹ ਟਕੈਤ ਜੀ ਵਾਲਾ ਕੰਮ ਹੋਇਆ, ਇਸ ਤੋਂ ਵੱਡੀ ਮਤਲਬ ਬੇਰੁਖੀ ਸਰਕਾਰ ਦੀ ਹੋ ਨਹੀਂ ਸਕਦੀ। ਬੇਰੁਖੀ ਤਾਂ ਇਸ ਕਦਰ ਹੈ ਵੀ ਜਦੋਂ ਸੰਸਦ ਨੂੰ ਜਾਣਾ ਕਿਤੇ ਤੁਹਾਨੂੰ ਇਹ ਨਾ ਕਹਿ ਦੇਵੇ ਮੀਡੀਆ ਵੀ ਦੇਖੋ 6.5 ਫੁੱਟ ਦਾ ਅੱਤਵਾਦੀ ਆ ਰਿਹਾ। ਕੋਈ ਗੱਲ ਨਹੀਂ, ਜੋ ਹਰੇਕ ਨੂੰ ਆਪਾਂ ਕਿਸੇ ਨੂੰ ਕਹਿਣੋਂ ਰੋਕ ਨਹੀਂ ਸਕਦੇ, ਪਰ ਇਹ ਦੁਨੀਆ ਨੇ ਫੈਸਲਾ ਕਰਨਾ ਹੁੰਦਾ ਵੀ ਕੌਣ ਅੱਤਵਾਦੀ ਹੈ ਅਤੇ ਕੌਣ ਦੇਸ਼ ਹਿੱਤ ਲਈ ਕੰਮ ਕਰ ਰਿਹਾ। ਅਤੇ ਬਾਕੀ ਗੱਲ ਜਿਹੜੀ ਗੱਲ ਆਪਾਂ ਕਰਦੇ ਸੀਗੇ ਕਿ ਟਕੈਤ ਸਾਹਿਬ ਵਾਲੀ, ਜੇ ਟਕੈਤ ਸਾਹਿਬ ਦੇ 4 ਹੰਝੂਆਂ 'ਤੇ ਜਿੰਨਾ ਜਨ ਸਲਾਬ ਆ ਸਕਦਾ, ਅਤੇ ਹੁਣ ਤਾਂ ਕਿੱਡੀ ਵੱਡੀ ਘਟਨਾ ਹੋਈ। ਇਹ ਟਕੈਤ ਸਾਹਿਬ 'ਤੇ ਹਮਲਾ ਨਹੀਂ ਹੈ, ਇਹ ਦੇਸ਼ ਦੇ ਹਰ ਕਿਰਤੀ, ਹਰ ਕਿਸਾਨ, ਹਰ ਮਜ਼ਦੂਰ ਭਰਾ ਦੇ ਉੱਤੇ ਹਮਲਾ ਆ। ਅਤੇ ਅਸੀਂ ਸਾਰੇ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਇੰਨਾ ਜ਼ਰੂਰ ਕਹਿੰਦੇ ਆ ਵੀ ਅਸੀਂ ਰਹਿਣਾ ਸਾਰਿਆਂ ਨੇ ਸ਼ਾਂਤਮਈ ਆ ਅਤੇ ਜ਼ਾਬਤੇ ਵਿੱਚ ਹੀ ਆ। ਹਾਂ, ਆਪਣੇ ਜੋ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਉਹਨਾਂ ਨੂੰ ਹੋਰ ਤਿੱਖੇ ਰੂਪ ਦੇ ਨਾਲ ਅੰਜਾਮ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਭਾਈ ਤੁਸੀਂ ਅਕਸਰ ਦੇਖਿਆ ਹੋਊਗਾ ਕਬੱਡੀ ਦੇ ਮੈਦਾਨਾਂ ਦੇ ਵਿੱਚ ਸਟਾਰ ਖਿਡਾਰੀ ਨੇ। ਭਾਈ ਜੀ ਕਿਵੇਂ ਫਿਰ ਤਿਆਰ ਹੋ ਸੰਸਦ ਵਾਲਾ ਪ੍ਰੋਗਰਾਮ? ਹਾਂਜੀ, ਨਾਲ ਤਿਆਰ ਹਾਂ ਜਿੱਦਾਂ ਸੰਯੁਕਤ ਮੋਰਚਾ ਕਹੂਗਾ ਜੀ। ਅਤੇ ਅਸੀਂ ਕਬੱਡੀ ਵਾਲੇ ਪਹਿਲੇ ਦਿਨ ਤੋਂ ਸੰਯੁਕਤ ਮੋਰਚੇ ਦੇ ਨਾਲ ਚੱਲਦੇ ਹਾਂ, ਅੱਗੇ ਵੀ ਚੱਲਾਂਗੇ ਜੀ। ਅਤੇ ਜਿੱਦਾਂ ਵੀ ਕਹਿਣਗੇ ਉੱਦਾਂ ਨਾਲ ਤਿਆਰ ਹਾਂ ਜੀ। ਲਾਉਂਗੇ ਜੱਫਾ? ਮਹਾਰਾਜ ਕਿਰਪਾ ਕਰੂ ਜੀ, ਲਾਵਾਂਗੇ ਜ਼ਰੂਰ ਜੀ। ਹੋਰ ਵੀ ਪਲੇਅਰ ਸਾਰੇ ਆਉਣਗੇ ਉਦੋਂ ਨੂੰ, ਅਸੀਂ ਵੱਡੇ ਪੱਧਰ 'ਤੇ ਆਪਣੇ ਪਲੇਅਰਾਂ ਨੂੰ ਸੱਦਾਂਗੇ ਸਾਰਿਆਂ ਨੂੰ, ਤਾਂ ਜਾਵਾਂਗੇ ਜ਼ਰੂਰ ਜੀ। ਐਂ ਤਾਂ ਨਹੀਂ ਹੋ ਗਿਆ ਵੀ ਇੰਨਾ ਸਮਾਂ ਹੋ ਗਿਆ ਦਿਲ ਉਦਾਸ ਤਾਂ ਨਹੀਂ ਕਿਸੇ ਗੱਲੋਂ ਕਿ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ? ਹੁੰਦਾ ਵਾ ਜੀ, ਦਿਲ ਤਾਂ ਉਦਾਸ ਹੁੰਦਾ ਵਾ ਕਈ ਵਾਰੀ, ਪਰ ਆਪਾਂ ਚੜ੍ਹਦੀ ਕਲਾ ਰਹਿਣ ਵਾਲੇ ਬੰਦੇ ਆ ਫਿਰ ਪੰਜਾਬੀ ਜਿਹੜੇ, ਇਸ ਕਰਕੇ ਉਦਾਸੀ ਨਾਲ ਤਾਂ ਕੰਮ ਚੱਲਣਾ ਹੈਗਾ ਜੀ। ਰਾਤ ਨੂੰ ਜਿਵੇਂ ਉਹ ਇਕੱਲੇ ਬੈਠੀ ਦਾ ਉਦੋਂ ਸੋਚਦੇ ਆ ਸਾਰੇ ਬੰਦੇ ਆਪਣੇ ਜਿੰਨੇ ਵੀ ਆ। ਪਰ ਇਹ ਲੰਮਾ ਹੋ ਗਿਆ ਵਾ ਅੰਦੋਲਨ, ਪਰ ਫਿਰ ਵੀ ਆਪਾਂ ਇਹਨੂੰ ਚਲਾਵਾਂਗੇ ਜਿੰਨਾ ਚਿਰ ਚੱਲੂਗਾ, ਨਾਲ ਖੜੇ ਆ ਆਪਾਂ ਹੀ ਭਾਈ। ਬਾਈ ਆਖਰੀ ਸਵਾਲ ਤੁਹਾਨੂੰ, ਟਰਾਲੀਆਂ 'ਚ ਕਹਿੰਦੇ ਵੀ ਇਨਕਲਾਬ ਬੈਠਾ, ਲੱਗਦਾ ਵੀ ਇਨਕਲਾਬ ਉਸ ਲੈਵਲ 'ਤੇ ਜੋ ਸੋਚ ਕੇ ਘਰੋਂ ਤੁਰੇ ਸੀਗੇ ਕਿਸਾਨ, ਉਹ ਜਲਦ ਚੀਜ਼ਾਂ ਹੋਣਗੀਆਂ ਪੂਰੀ? ਬਿਲਕੁਲ, ਜਿੱਦਾਂ ਕਹਿੰਦੇ ਕਈ ਵਾਰੀ ਮੂੰਹ ਦੇ ਤਾਂ ਜੋ ਕੱਢਦੇ ਹਾਂ ਜ਼ਬਾਨਾਂ ਸੱਚੀਆਂ ਹੁੰਦੀਆਂ। ਆਪਾਂ ਪਿੰਡੋਂ ਕਹਿ ਕੇ ਤੁਰੇ 6 ਮਹੀਨੇ ਵਾਲੇ ਚੱਲੇ ਆ ਜੀ, ਅਤੇ ਹੁਣ 4.25 ਮਹੀਨੇ ਦੇ ਆਸ-ਪਾਸ ਹੋ ਗਿਆ ਹੈ ਨਾ। ਅਤੇ ਚੜ੍ਹਦੀ ਕਲਾ ਜੀ ਪੂਰੀ। ਤੁਸੀਂ ਦੇਖ ਲਓ ਹਰ ਥਾਂ ਜਿੱਥੇ ਵੀ ਜਾਓ, ਚਾਹੇ ਛੰਨਾ ਪੈ ਰਹੀਆਂ, ਚਾਹੇ AC ਲੱਗ ਰਿਹਾ। ਹੁਣ ਇੱਥੇ ਤੁਸੀਂ ਦੇਖੋ ਬਾਹਰ ਸ਼ੈੱਡ ਪੈਣ ਲੱਗੀ ਪੱਕੀ ਲੰਗਰ ਦੇ ਵਾਸਤੇ, ਹੈ ਨਾ। ਪੂਰੇ ਚੜ੍ਹਦੀ ਕਲਾ ਦੇ ਇਹ ਪ੍ਰਤੀਕ ਆ। ਹੋਰ ਆਪਾਂ ਇੱਥੇ ਕੀ ਕਹਿ ਸਕਦੇ ਹਾਂ। ਸ਼ੱਕ ਇੰਤਜ਼ਾਮ ਤਾਂ ਤੁਸੀਂ ਵੀ ਪੂਰੇ ਕਰ ਲਏ? ਹਾਂਜੀ, ਇੰਤਜ਼ਾਮ ਤਾਂ ਪਹਿਲੇ ਦਿਨ ਤੋਂ ਜੀ ਚੱਲੀ ਜਾਂਦੇ ਆ, ਹੈ ਨਾ। ਉਸ ਹਿਸਾਬ ਨਾਲ ਮੋਲਡ ਕਰੀ ਜਾਂਦੇ। ਜੇ ਕੋਈ ਸਿਆਲਾਂ ਦਾ ਪ੍ਰਬੰਧ ਆ ਤਾਂ ਤੁਸੀਂ ਦੇਖ ਲਓ, ਆ ਸਿਆਲਾਂ ਵਾਸਤੇ ਆ ਇਹਨਾਂ ਦੇ ਅੰਦਰ ਹਜ਼ਾਰਾਂ ਕੰਬਲ। ਜਿਹੜਾ ਜਿਸ ਦਿਨ 26 ਜਨਵਰੀ ਦੀ ਰਾਤ 25 ਤੋਂ 26 ਜਨਵਰੀ ਨੂੰ ਇੱਥੇ ਤਕਰੀਬਨ 8000 ਬੰਦਾ ਇੱਥੇ ਰੁਕਿਆ ਇਸ ਪ੍ਰਮਾਈਸਿਸ ਵਿੱਚ। ਉੱਪਰ ਤੱਕ ਜਿੰਨੀਆਂ ਹੈਗੇ ਦੇਖ ਲਓ 8 ਮੰਜ਼ਿਲ ਆ ਇਹ, ਅਤੇ ਪੂਰੇ ਪ੍ਰਬੰਧ ਸੀ। ਅਤੇ ਹੁਣ ਗਰਮੀ ਆ ਰਹੀਆਂ, ਹੁਣ ਵੀ ਸੰਗਤਾਂ ਦੇਖੋ ਪੱਖੇ ਭੇਜ ਰਹੇ ਆ, ਚਾਦਰਾਂ ਭੇਜ ਰਹੇ ਆ, ਆਪਣੇ ਮੋਸਕੀਟੋ ਸਪਰੇਆਂ ਜਾਂ ਜੋ ਓਇੰਟਮੈਂਟ ਸਾਰਾ ਕੁਝ ਭੇਜ ਰਹੇ ਆ। ਸੋ ਪ੍ਰਬੰਧਾਂ ਵੱਲੋਂ ਕੋਈ ਕਮੀ ਨਹੀਂ, ਸੰਗਤਾਂ ਦੇ ਉਤਸ਼ਾਹ 'ਚ ਕੋਈ ਕਮੀ ਨਹੀਂ। ਜਿੱਦਾਂ ਕੋਈ ਆਪਾਂ ਨੂੰ ਕਾਲ ਆਉਣੀ ਆ ਸੰਯੁਕਤ ਮੋਰਚੇ ਦੀ, ਉਹ ਸਾਰੇ ਇੰਪਲੀਮੈਂਟੇਸ਼ਨ ਹੋਊਗੀ। ਵੱਡੀ ਗੱਲ ਇਹ ਆ ਬਾਈ ਜੀ ਵੀ ਆਪਾਂ ਏਕਾ ਰੱਖੀਏ, ਏਕਾ ਰੱਖਾਂਗੇ ਤਾਂ ਜਿੱਤਾਂਗੇ, ਜੇ ਪਾਟਾਂਗੇ ਤਾਂ ਹਾਰਾਂਗੇ ਬਾਈ। ਸਾਡਾ ਮੇਨ ਜੋ ਰਹੇ ਵੀ ਏਕਾ ਬਣਿਆ ਰਵੇ, ਜਥੇਬੰਦੀਆਂ ਦੇ ਲਈ ਵੀ, ਦੇਸ਼ ਲਈ ਵੀ, ਕਿਸਾਨੀ ਲਈ, ਤੇ ਇਹ ਹੈ ਹੀ ਹੈ। ਏਕਾ ਹੀ ਜ਼ਰੂਰੀ ਹੈ ਅਤੇ ਏਕਾ ਹੀ ਫਤਿਹ ਕਰਾਊਗਾ ਬਾਈ। ਸਵਾਲ, ਕਿਉਂਕਿ ਬਹੁਤ ਸਾਰੇ ਲੋਕ ਨੇ, ਬੇਸ਼ੱਕ ਉਹ ਆਪਣੇ ਕੰਮਾਂ ਕਾਰਾਂ 'ਤੇ ਨੇ, ਬਾਹਰ ਨੇ ਜਾਂ ਪੰਜਾਬ 'ਚ ਘਰਾਂ 'ਚ ਨੇ, ਉਹਨਾਂ ਦੇ ਮਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੀ। ਉਹ ਲੋਕ ਤੁਹਾਨੂੰ ਸੁਣ ਰਹੇ ਹੋਣਗੇ, ਕੀ ਕਹਿੰਦੇ ਹੋ?
ਬਈ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਅਸੀਂ ਸਾਰੇ ਇੱਥੇ ਬੈਠੇ ਆ, ਤੁਹਾਡੀਆਂ ਧੜਕਣਾਂ ਦੀ ਨੁਮਾਇੰਦਗੀ ਅਸੀਂ ਇੱਥੇ ਕਰ ਰਹੇ ਆ। ਤੁਸੀਂ ਚੰਗੇ ਵਿਚਾਰ ਰੱਖੋ, ਚੜ੍ਹਦੀ ਕਲਾ ਰੱਖੋ, ਨੈਗੇਟਿਵ ਜੋ ਵੀ ਰਿਪੋਰਟਿੰਗ ਹੁੰਦੀ ਆ ਉਹ 'ਤੇ ਧਿਆਨ ਨਾ ਦਿਓ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਗਰਮੀ ਦਾ ਆਲਮ ਜ਼ਰੂਰ ਆ, ਹੋ ਸਕਦਾ ਸਟੇਜਾਂ 'ਤੇ ਆਪਣੇ ਬੰਦੇ ਸਾਰੇ ਨਹੀਂ ਬੈਠੇ, ਧਰਨਿਆਂ 'ਚ ਤੁਸੀਂ ਵੀ ਬਾਈ ਜੀ ਘੁੰਮਦੇ ਆਏ ਹੋ, ਧਰਨੇ 'ਚ ਵੱਧ ਚਹਿਲ ਪਹਿਲ ਆ, ਵੱਧ ਰੌਣਕ ਆ। ਗਰਮੀ ਕਰਕੇ ਹੋ ਸਕਦਾ ਲੋਕ ਸਟੇਜਾਂ ਵੱਲ ਨੂੰ ਘੱਟ ਵੀ ਜਾਂਦੇ ਆ, ਉਹ ਕੋਈ ਮੈਟਰ ਨਹੀਂ ਹੈ। ਤੁਸੀਂ ਦਿਖਾਵੇ 'ਤੇ ਨਾ ਜਾਇਓ, ਅਸਲੀਅਤ 'ਚ ਰਹੋ। ਅਤੇ ਆਪਣੇ ਜਿਹੜੇ ਪਿੰਡ ਆ ਚਾਹੇ ਸ਼ਹਿਰ ਆ, ਬਸ ਇਹੀ ਆ, ਇਹ ਆਪਾਂ ਜਿਹੜੀ ਆ ਅੱਗੇ ਠੰਡੀ ਨਹੀਂ ਪੈਣ ਦੇਣੀ, ਕਿਉਂਕਿ ਜੇ ਆਪਾਂ ਇੱਥੋਂ ਖੁੰਝੇ ਤਾਂ ਕਦੀ ਵੀ ਤਾਬੇ ਨਹੀਂ ਆਵਾਂਗੇ। ਅਤੇ ਪੰਜਾਬ ਹਮੇਸ਼ਾ ਹੀ ਜਿੱਦਾਂ ਪੰਜਾਬ ਨੇ ਮੋਹਰੀ ਰੋਲ ਇਹਦੇ ਵਿੱਚ ਅਦਾ ਕੀਤਾ, ਅਤੇ ਸਾਡੀ ਸਾਰਿਆਂ ਦੀ ਇਹੀ ਆ ਵੀ ਇਹ ਜਿਹੜਾ ਤਾਜ ਆ, ਜਿਹੜਾ ਤਮਗਾ ਆ, ਇਹ ਬਰਕਰਾਰ ਰਵੇ। ਅਤੇ ਬਾਕੀ ਆਪਣੇ ਪ੍ਰਧਾਨ ਜੀ ਵੀ ਮੇਰੇ ਖਿਆਲ ਆ ਹੀ ਰਹੇ ਆ, ਮਨਜੀਤ ਸਿੰਘ ਹੋਣੀ, ਇਹਨਾਂ ਦਾ ਵੀ ਕਾਫੀ ਅਗਰੈਸਿਵ ਰੋਲ ਰਿਹਾ, ਤੁਹਾਨੂੰ ਪਤਾ ਹੀ ਆ। ਅਤੇ ਬਸ ਇੱਦਾਂ ਹੀ ਆ ਜੀ, ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਵੀ ਖੜੇ ਪੈਰ ਬੰਦੇ ਇੱਥੇ ਆਉਂਦੇ ਆ, ਤੇ ਪਲੈਨਿੰਗਾਂ ਹੁੰਦੀਆਂ ਵੀ ਆਪਾਂ ਕਿੱਦਾਂ ਇਹਨੂੰ ਕਰਨਾ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਸੋ ਕਬੱਡੀ ਵਾਲੇ ਨੇ ਪਹਿਲੇ ਦਿਨ ਤੋਂ ਡਟੇ ਹੋਏ, ਇਹਨਾਂ ਦੇ ਵਿੱਚ ਇੱਕੋ ਹੀ ਮਨਸ਼ਾ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਏਕਾ ਤੇ ਸਬਰ ਇਹਨਾਂ ਦੀ ਤਾਕਤ ਹੈ, ਤੇ ਉਸ ਤਾਕਤ ਨੂੰ ਕਹਿੰਦੇ ਬਰਕਰਾਰ ਰੱਖਾਂਗੇ ਤਾਂ ਹੀ ਉਹ ਜਿੱਤਾਂਗੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।